सत श्री अकाल जी, गुड मॉर्निंग संगत देख रहे सारे दर्शकों का बहुत बहुत स्वागत है। मैं हाँ रूही ग्रोवर ते अज दिन है सोमवार 6 सितंबर 2021 ते देसी भादो महीने की मिति है 22 ते प्रोग्राम विच साडे नाल अज मौजूद ने डॉक्टर खुशहाल सिंह जी। खुशहाल सिंह जी, तुहाडा प्रोग्राम में स्वागत है। ते प्रमुख खबरां वल वधन तो पहला असीं अपने दर्शकों को दसना चाहुंदे हां कि जिहड़े साडे दर्शक साडे नाल इत्थे लाइव जुड़ना चाहुंदे ने, खुशहाल सिंह जी तो कोई सवाल पूछना चाहुंदे ने या अपने कोई विचार साझे करना चाहुंदे ने तां थल्ले स्क्रीन ते दित्ते नंबर से सानू कॉन्टैक्ट कर सकदे ने। ते हुण अज दीयां प्रमुख खबरां। पंजाबी पत्रकारी बानी भाई दित सिंह की 120वीं बरसी, मुजफ्फरनगर के किसान महापंचायत का सियासी विश्लेषण, किसानों के भारी इकट्ठ ने सरकारी ते दरबारी नैरेटिव बदले, भाईचारक सांझ ने फिरकाप्रस्त सियासत की काट, वोट की चोन लई यूपी की 18 किसान पंचायत। जी पहली खबर है कि पंजाबी पत्रकारी बानी भाई दित सिंह की 120वीं बरसी है। तो मतलब जिवें कि पता ही है कि पहले पत्रकार सन, इन्हां दी जिहड़ी डेथ है 1901 होई सी ते इन्हां दा जन्म होया सी 1850 विच। जी हाँ जी, रोही जी जी पहली खबर असी लै रहे हैं, ये भाई दित सिंह जी, ज्ञानी दित सिंह जी दे नाम नाल भी जाने जाते हैं जी। ये माहौल वो सी जदों खालसा राज खत्म होके बस्तीवादी दौर आरंभ हो चुकिया सी। अंग्रेज़ां ने पंजाब उत्ते पूर्ण तौर पर कब्जा कर लिया सीगा। 1950 दे विच जिहड़ा आ अंग्रेज़ पूरी तरह काबज हो गए सी जदों भाई साहब जी का जन्म हुंदा 1850 दे विच। और 1873 ਦੇ ਵਿੱਚ ਜਦੋਂ ਖਾਲਸਾ ਜਿਹੜਾ ਇੱਥੇ ਆਪਣੇ ਅੰਮ੍ਰਿਤਸਰ ਦੇ ਜਿਹੜਾ ਮਿਸ਼ਨ ਸਕੂਲ ਸੀਗਾ ਉੱਥੇ ਦੇ ਅਲੀਟ ਸਿੱਖਾਂ ਪਰਿਵਾਰਾਂ ਦੇ 4 ਬੱਚਿਆਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਆਪਣਾ ਧਰਮ ਬਦਲ ਕੇ ਜਿਹੜਾ ਉਹ ਈਸਾਈ ਮਤ ਧਾਰਨ ਕਰ ਰਹੇ ਹਾਂ। ਕੱਲਾ ਮਤਲਬ ਇਹ ਨਹੀਂ ਕਿ ਬੱਚੇ ਬਦਲ ਰਹੇ ਸੀ, ਵੱਡੇ ਕਈ ਘਰਾਣਿਆਂ ਦੇ, ਖਾਸ ਕਰਕੇ ਕਪੂਰਥਲਾ ਰਿਆਸਤ ਦੇ ਜਿਹੜੇ ਸੀਗੇ ਵਾਰ ਸੀਗੇ ਉਹ ਤੇ ਹੋਰ ਵੀ ਕਈ ਵੱਡੇ ਜਿਹੜੇ ਘਰਾਣੇ ਸੀ ਉਹਨਾਂ ਦੇ ਉਹ ਆਪਣਾ ਧਰਮ ਬਦਲ ਕੇ ਜਿਹੜਾ ਈਸਾਈ ਮਤ ਤੋਂ ਪ੍ਰਭਾਵਿਤ ਹੋ ਰਹੇ ਸੀਗੇ। ਨਵਾਂ ਇੱਕ ਸਿਸਟਮ ਆਇਆ ਸੀਗਾ ਉਹਦੇ ਵਿੱਚ ਜਿਹੜੀ ਲਾਸਟ ਤੌਰ ਤੇ ਗਿਣਤੀ ਦੱਸੀ ਜਾਂਦੀ ਮਹਾਰਾਜਾ ਰਣਜੀਤ ਸਿੰਘ ਸਮੇਂ ਵਿੱਚ ਕਰੋੜ ਦੇ ਲਗਭਗ ਸਿੱਖਾਂ ਦੀ ਆਬਾਦੀ ਸੀਗੀ। ਤੇ ਉਸ ਨਿਰਾਸ਼ਾ ਦੇ ਮਾਹੌਲ ਵਿੱਚ ਕੋਈ 16 ਲੱਖ ਕਹਿੰਦਾ, ਕੋਈ 18 ਲੱਖ ਕਹਿੰਦਾ ਆ, ਕੋਈ 20 ਲੱਖ ਕਹਿੰਦਾ ਆ। ਜੇ ਅਸੀਂ 20 ਲੱਖ ਵੀ ਮੰਨ ਲਈਏ ਤੇ ਬਹੁਤ ਜ਼ਿਆਦਾ ਜਿਹੜੀ ਆ ਸਿੱਖ ਸਮਾਜ ਦੇ ਵਿੱਚ ਨਿਰਾਸ਼ਾ ਆਈ ਸੀ ਉਸ ਸਮੇਂ ਦੇ ਵਿੱਚ। ਤੇ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਜਿਹੜਾ ਉਹ ਜਿਹੜਾ ਸਿੱਖ ਧਰਮ ਤਿਆਗ ਕੇ ਈਸਾਈ ਮਤ ਵੱਲ ਜਿਹੜੇ ਆ ਉਹ ਆਪਣੇ ਮੁੜ ਚੁੱਕੇ ਸੀਗੇ। ਉਸੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਇੰਡੀਆ ਦੇ ਵਿੱਚ ਮੂਵਮੈਂਟ ਚੱਲੀ ਸੀ ਜਿਹਨੂੰ ਕਹਿੰਦੇ ਆਰੀਆ ਸਮਾਜੀ ਮੂਵਮੈਂਟ। ਉਹ ਆਰੀਆ ਸਮਾਜੀ ਜਿਹੜੀ ਮੂਵਮੈਂਟ ਸੀ ਉਹ ਵਹਿਮਾਂ ਭਰਮਾਂ ਦੇ ਵਿੱਚ ਹਿੰਦੂ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਆ ਚੁੱਕੀਆਂ ਨੇ ਉਹਨਾਂ ਦੇ ਬਾਰੇ ਸੀਗੇ। ਉਹਨਾਂ ਦੇ ਜਿਹੜਾ ਸਮਾਜ ਨੂੰ ਜਾਗਰੂਕ ਕਰਕੇ ਉਹਨਾਂ ਦੇ ਵਿੱਚ ਸੁਧਾਰ ਕਰਨ ਲਈ ਚਲਾਈ ਗਈ ਸੀ। ਤੇ ਇਹ ਜਿਹੜੇ ਗਿਆਨੀ ਦਿਤ ਸਿੰਘ ਜੀ ਨੇ ਇਹ ਪਹਿਲਾਂ ਇੱਥੇ ਸਾਡੇ ਨੇੜੇ ਦੇ ਪਿੰਡ ਜਿਹੜਾ ਆਨੰਦਪੁਰ ਕਲੌੜ ਦੇ ਵਾਸੀ ਸੀਗੇ। ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਇਹਨਾਂ ਦਾ। ਤੇ ਇਹ ਬਹੁਤ ਰਾਮਦਾਸੀ ਪਰਿਵਾਰ ਨਾਲ ਜਿਹੜੇ ਜਲਾਹੇ ਦਾ ਕੰਮ ਕਰਦੇ ਸੀ ਉਹ ਪਰਿਵਾਰ ਨਾਲ ਸੰਬੰਧਿਤ ਸੀਗੇ। ਬਹੁਤ ਗਰੀਬੀ ਦੇ ਉਹ ਵਿੱਚੋਂ ਲੰਘ ਰਹੇ ਸੀਗੇ। ਤੇ ਉਹਨਾਂ ਨੇ ਕਿਸੇ ਡੇਰੇ 'ਚ ਗੁਲਾਬਦਾਸੀਆਂ ਦੀ ਇੱਕ ਸੰਪਰਦਾ ਸੀ ਉੱਥੇ ਰਹਿ ਕੇ ਜਿਹੜੀ ਆ ਉਸ ਸਮੇਂ ਦੀ ਟ੍ਰੈਡੀਸ਼ਨਲ ਜਿਹੜਾ ਐਜੂਕੇਸ਼ਨ ਦਾ ਸਿਸਟਮ ਸੀਗਾ ਡੇਰਿਆਂ ਦੇ ਵਿੱਚ 5 ਗ੍ਰੰਥੀ ਜਾਂ ਇਸ ਤਰ੍ਹਾਂ ਦੇ ਗ੍ਰੰਥ ਪੜ੍ਹਾਏ ਜਾਂਦੇ ਸੀਗੇ। ਤੋ ਇਹਨਾਂ ਨੇ ਉੱਥੇ ਪੜ੍ਹ ਕੇ ਵਿੱਦਿਆ ਹਾਸਲ ਕੀਤੀ। ਤੇ ਉਸ ਤੋਂ ਬਾਅਦ ਇਹ ਆਰੀਆ ਸਮਾਜ ਨਾਲ ਜਿਹੜੇ ਆ ਦਇਆਨੰਦ ਦੇ ਨਾਲ ਸਹਿਯੋਗੀ ਦੇ ਰੂਪ ਵਿੱਚ ਚੱਲ ਪਏ। ਤੇ ਥੋੜੇ ਦੇਰ ਬਾਅਦ ਜਿਹੜੇ ਪ੍ਰੋਫੈਸਰ ਸੀਗੇ ਗੁਰਮੁਖ ਸਿੰਘ ਉਹ ਓਰੀਐਂਟ ਜਿਹੜਾ ਕਾਲਜ ਸੀਗਾ ਲਾਹੌਰ ਉਹਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਗੁਰਮੁਖ ਸਿੰਘ। ਤੇ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਮਹਾਰਾਜਾ ਕਪੂਰਥਲਾ ਦੇ ਲਾਂਗਰੀ ਸੀਗੇ ਦਰਬਾਰ ਦੇ ਵਿੱਚ। ਸੋ ਉਹਨਾਂ ਦੇ ਉਹ ਪੱਕੇ ਸਿੱਖ ਸੀਗੇ। ਉਹਨਾਂ ਦੀ ਪ੍ਰੇਰਨਾ ਨਾਲ ਭਾਈ ਜਿਹੜੇ ਦਿਤ ਸਿੰਘ ਜੀ ਹੈ ਉਹਨਾਂ ਨੇ ਅੰਮ੍ਰਿਤ ਛਕ ਲਿਆ। ਤੇ ਦਇਆਨੰਦ ਜਿਹੜੇ ਸੀਗੇ ਅਸਲੀਅਤ ਦਇਆਨੰਦ ਦੀ ਉਹ ਜਿਹੜੀ ਉਹਨਾਂ ਨੇ ਉਜਾਗਰ ਕੀਤੀ ਤੇ ਉਹਨਾਂ ਨਾਲੋਂ ਅਲੱਗ ਹੋ ਕੇ ਸਿੰਘ ਸਭਾ ਮੂਵਮੈਂਟ ਜਦੋਂ ਪਹਿਲਾਂ ਚੱਲੀ ਹੈਗੀ, ਪਹਿਲਾਂ ਉਹਦਾ ਆਰੰਭ ਹੁੰਦਾ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੀ ਜਿਹੜੀ ਸਿੰਘ ਸਭਾ ਪਹਿਲੀ ਬਣਦੀ ਆ ਉਹਦੇ ਵਿੱਚ ਸਾਰੇ ਵੱਡੇ ਲੋਕ ਸੀਗੇ। ਸੁੰਦਰ ਸਿੰਘ ਮਜੀਠੀਆ, ਉਸ ਸਮੇਂ ਦੇ ਖੇਮ ਸਿੰਘ ਬੇਦੀ, ਬਹੁਤ ਵੱਡੇ ਪਰਿਵਾਰਾਂ ਚੋਂ ਅਲੀਟ ਸਿੱਖ ਸੀਗੇ। ਲੇਕਿਨ ਥੋੜਾ ਸਮਾਂ ਪਾ ਕੇ ਉਹਨਾਂ ਨੂੰ ਲੱਗਿਆ ਅਲੀਟ ਸਿੱਖ ਇਹ ਜਿਹੜਾ ਇਨਕਲਾਬੀ ਕਾਰਜ ਨਹੀਂ ਕਰ ਸਕਦੇ, ਇਹਦੇ ਵਾਸਤੇ ਜਿਹੜੇ ਆ ਨੰਗੇ ਧੜ ਤੇ ਉਹ ਬੰਦਿਆਂ ਦੀ ਲੋੜ ਹੈ ਜਿਹੜੇ ਕੁਰਬਾਨੀ ਦੇ ਸਕਦੇ ਹੋਣ। ਸੋ ਇਹ ਦੋਨੇ ਫਿਰ ਇਹਨਾਂ ਨੇ ਜਾ ਕੇ ਲਾਹੌਰ ਜਿਹੜੀ ਉਹ ਇੱਕ ਜਿਹੜੀ ਹੈ ਸਿੰਘ ਸਭਾ ਲਹਿਰ ਚਲਾਈ। ਤੇ ਉਹ ਇੰਨੀ ਪ੍ਰਭਾਵਸ਼ਾਲੀ ਲਹਿਰ ਸੀ ਕਿ ਜਿੰਨੀਆਂ ਵੀ ਯੂਨਿਟਾਂ ਬਣੀਆਂ ਸਿੰਘ ਸਭਾ ਦੀਆਂ ਸਿਰਫ 3 ਯੂਨਿਟਾਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਯੂਨਿਟਾਂ ਸੀ ਸਾਰੀਆਂ ਇਹਨਾਂ ਨਾਲ ਐਫੀਲੀਏਟ ਹੋ ਗਈਆਂ ਸੀਗੀਆਂ, ਇਹਨਾਂ ਨਾਲ ਜੁੜ ਚੁੱਕੀਆਂ ਸੀਗੀਆਂ ਔਰ ਇਹਨਾਂ ਨੇ ਵੱਡੇ ਕਾਰਜ ਕੀਤੇ।
ਇਹਨਾਂ ਨੇ ਸਭ ਤੋਂ ਪਹਿਲਾਂ ਵੱਡਾ ਕਾਰਜ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਤੋਂ ਦਾਵਾ ਕਰਦਾ ਸੀਗਾ ਖੇਮ ਸਿੰਘ ਬੇਦੀ, ਤੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇੱਕ ਖਾਸ ਤੌਰ ਤੇ ਆਪਣਾ ਆਸਣ ਲਾ ਕੇ ਇੱਕ ਬੈਠਦਾ ਸੀਗਾ, ਆਪਣਾ ਗਦੈਲਾ ਲਾ ਕੇ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਵੀ ਸਿੱਖ ਧਰਮ ਵਿੱਚ ਸ਼ਖਸੀਅਤ ਦੀ ਪਰਿਵਾਰਵਾਦ ਦੇ ਕੋਈ ਥਾਂ ਨਹੀਂ, ਇਹਨਾਂ ਨੇ ਉਹਦਾ ਜਿਹੜਾ ਬੰਦ ਕੀਤਾ, ਉਹ ਜਿਹੜੇ ਬਾਹਰ ਸਿੱਟੀਆਂ ਸਾਰੀਆਂ। ਤੇ ਉਸ ਤੋਂ ਇਲਾਵਾ ਇਹਨਾਂ ਦਾ ਪ੍ਰਭਾਵ ਸੀ ਅੱਗੇ ਜਾ ਕੇ ਜਿਹੜੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਬੁੱਤ ਲੱਗੇ ਹੋਏ ਸੀ ਦੇਵੀ ਦੇਵਤਿਆਂ ਦੇ, ਜਾਂ ਉਹ ਸਾਰਾ ਕੁਝ ਉਹਨਾਂ ਨੇ ਬੰਦ ਕਰਾਇਆ, ਵੱਡਾ ਕੰਮ ਕੀਤਾ। ਸਿੱਖ ਜਿਹੜਾ ਵੱਡਾ ਕਾਲਜ ਸੀਗਾ ਖਾਲਸਾ ਕਾਲਜ, ਉਹਦੇ ਵੀ ਇਹ ਬਾਨੀਆਂ ਵਿੱਚੋਂ ਸੀਗੇ। ਇਹਨਾਂ ਨੇ ਖਾਲਸਾ ਅਖਬਾਰ ਕੱਢਿਆ, ਸਭ ਤੋਂ ਪਹਿਲਾਂ ਪੰਜਾਬੀ ਦਾ ਅਖਬਾਰ ਸੀ, ਜਿਹੜਾ ਲਾਹੌਰ ਤੋਂ ਛਪਿਆ ਖਾਲਸਾ ਅਖਬਾਰ। ਤੇ ਇਸ ਅਖਬਾਰ ਨੇ ਬੜਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵਿੱਚ ਜਿਹੜਾ ਉਹ ਯੋਗਦਾਨ ਪਾਇਆ। ਉਹਨਾਂ ਦਿਨਾਂ ਦੇ ਵਿੱਚ ਅਖਬਾਰ ਕੱਢਣਾ ਬਹੁਤ ਵੱਡੀ ਗੱਲ ਸੀਗੀ, ਔਰ ਇਹ ਖਾਸ ਕਰ ਸਿੱਖ ਸਮਾਜ ਦੇ ਵਿੱਚ ਜਿੱਥੇ ਪੜ੍ਹੇ ਲਿਖੇ ਬੰਦੇ ਉਸ ਕਿਸਮ ਦੇ ਘੱਟ ਸੀਗੇ, ਟੈਕਨੀਕਲ ਬੰਦੇ ਨਹੀਂ ਸੀਗੇ। ਔਰ ਇਹਨਾਂ ਬੰਦਿਆਂ ਨੇ ਜਿੱਥੇ ਅਖਬਾਰ ਕੱਢਿਆ, ਅਖਬਾਰ ਦੇ ਵਿੱਚ ਸਿੱਖ ਧਰਮ ਵਿੱਚ ਜਿਹੜੀਆਂ ਕੁਰੀਤੀਆਂ ਆਜੀਆਂ ਸਮਾਜਿਕ ਧਾਰਮਿਕ, ਉਹਨਾਂ ਦੇ ਬਾਰੇ ਜਿਹੜਾ ਵੱਡਾ ਪ੍ਰਚਾਰ ਕੀਤਾ, ਜਿਹਦੇ ਕਰਕੇ ਇਹਨਾਂ ਤੇ ਫਿਰ ਕੇਸ ਹੋਇਆ। ਕੇਸ ਤੇ ਸਾਰਾ ਇਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਨਹੀਂ ਸੀ ਹੁੰਦੇ, ਲੋਕਾਂ ਕੋਲ ਗਰੀਬੀ ਦੇ ਸਾਰਾ ਸਿਸਟਮ ਸੀਗਾ, ਤੇ ਬਹੁਤ ਸਾਰਾ ਪੈਸਾ ਇਹਨਾਂ ਦਾ ਜਿਹੜਾ ਉਸ ਕੇਸ ਦੇ ਉੱਤੇ ਲੱਗ ਗਿਆ। ਦੂਜੇ ਪਾਸੇ ਬਹੁਤ ਧਨਾੜ ਬੰਦੇ ਸੀਗੇ, ਤੇ ਇਹਨਾਂ ਦੀ ਇੰਨੀ ਸੁਹਿਰਦਤਾ ਸੀਗੀ ਕਿ ਇਹਨਾਂ ਦੀ ਮੌਤ ਹੈ ਜਿਹੜੀ ਟੀਬੀ ਦੇ ਨਾਲ ਹੋਈ ਸੀਗੀ। ਇੱਕ ਮੈਂ ਇਹਨਾਂ ਦੇ ਬਾਰੇ ਹੋਰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਜਿਹੜਾ ਲੜਕਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਉਹ ਜਿਹੜਾ ਆ ਬਾਹਰਲੇ ਦੇਸ਼ ਤੋਂ ਅਲੈਦ ਤੋਂ MBBS ਕਰਕੇ ਆਇਆ ਸੀਗਾ। ਤੇ ਮਹਾਰਾਜਾ ਨਾਭਾ ਜਿਹੜਾ ਸੀ ਉਸ ਸਮੇਂ ਬਹੁਤ ਅਗਾਂਹਵਧੂ ਮਹਾਰਾਜਾ ਸੀਗੇ, ਉਹਨਾਂ ਨੇ ਆਪਣੀ ਰਿਆਸਤ ਵਿੱਚ ਜਿਹੜਾ ਇਹਨਾਂ ਨੂੰ ਐਜ ਮੈਡੀਕਲ ਅਫੀਸਰ ਲਾ ਦਿੱਤਾ ਸੀਗਾ। ਪਰ ਉਸ ਸਮੇਂ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਦਾ ਇੰਨਾ ਜ਼ਿਆਦਾ ਪ੍ਰਭਾਵ ਸੀਗਾ ਕਿ ਨਾਭਾ ਰਿਆਸਤ ਦੇ ਜਦੋਂ ਇਹਨਾਂ ਨੂੰ ਲਾਇਆ, ਤੇ ਜਿਹੜੇ ਵੱਡੇ ਲੋਕ ਸੀ, ਵੱਡੀਆਂ ਜਾਤੀਆਂ ਦੇ ਲੋਕ ਸੀ, ਉਹ ਇਹਨਾਂ ਕੋਲੋਂ ਦਵਾਈ ਲੈਣ ਤੋਂ ਉਹਨਾਂ ਨੇ ਮਨਾ ਕਰਤਾ ਕਿ ਅਸੀਂ ਦਵਾਈ ਨਹੀਂ ਲੈਣੀ, ਕਿਉਂਕਿ ਤੁਸੀਂ ਸ਼ੂਦਰ ਜਿਹੜੇ ਅਛੂਤ ਸ਼੍ਰੇਣੀਆਂ ਦੇ ਵਿੱਚੋਂ ਗਿਣੇ ਜਾਂਦੇ ਹੋ। ਤੇ ਉਹਨਾਂ ਨੂੰ ਵੀ ਫਿਰ ਵਾਪਸ ਜਾ ਕੇ ਪ੍ਰੈਕਟਿਸ ਕਰਨੀ ਪਈ, ਉਹਨਾਂ ਨੂੰ ਇੱਥੋਂ ਜਿਹੜਾ ਉਹ ਮਤਲਬ ਤਿਆਗ ਪੱਤਰ ਦੇਣਾ ਪਿਆ। ਐਡਾ ਵੱਡਾ ਸੀ ਕਾਰਨ। ਇਹ ਏਡੇ ਵੱਡੇ ਵਿਦਵਾਨ ਸੀਗੇ ਗਿਆਨੀ ਦਿੱਤ ਸਿੰਘ ਜੀ ਕਿ ਇਹਨਾਂ ਦੇ ਜਿਹੜੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਭਾਸ਼ਣਾਂ ਨਹੀਂ ਬੁਲਾਇਆ ਜਾਂਦਾ ਸੀ। ਔਰ ਦੂਜੇ ਪਾਸੇ ਸਾਡੇ ਸਮਾਜ ਦਾ ਹਾਲਾਤ ਇਹ ਸੀ, ਜਦੋਂ ਲਾਸਟ ਟਾਈਮ ਹੁੰਦਾ ਸੀ, ਜਦੋਂ ਸਮਾਗਮ ਦੀ ਸਮਾਪਤੀ ਹੁੰਦੀ ਸੀ, ਤੇ ਜਦੋਂ ਉੱਥੇ ਦੇਗ ਵਰਤਾਈ ਸ਼ੁਰੂ ਹੁੰਦੀ ਸੀ, ਤਾਂ ਇਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਸੀ, ਤਾਂ ਇਹ ਉੱਥੇ ਜੋੜਿਆਂ 'ਚ ਚਲੇ ਜਾਂਦੇ ਸੀ ਉੱਠ ਕੇ, ਭਾਵ ਕਿ ਇਹਨਾਂ ਨੂੰ ਦੇਗ ਨਹੀਂ ਸੀ ਦਿੱਤੀ ਜਾਂਦੀ। ਐਡਾ ਜਿਹੜਾ ਆ ਇਹਦਾ ਵਿਤਕਰਾ ਸੀ ਸਾਡੇ ਸਮਾਜ ਦੇ ਵਿੱਚ। ਇਸ ਤੋਂ ਇਲਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਵਾਸਤੇ ਇੱਕ ਖਾਸ ਟਾਈਮ ਨਿਸ਼ਚਿਤ ਕੀਤਾ ਹੋਇਆ ਸੀਗਾ ਕਿ ਇਸ ਟਾਈਮ ਜਿਹੜਾ ਮੰਨਿਆ ਜਾਂਦਾ ਸੀਗਾ ਕਿ 2 ਘੰਟੇ ਸਿਰਫ ਦਰਸ਼ਨ ਕਰ ਸਕਦੇ, ਉਹ ਵੀ ਦੂਰੋਂ ਖੜ ਕੇ। ਅੰਦਰੋਂ ਇਹਨਾਂ ਦੀ ਦੇਗ ਪ੍ਰਵਾਨ ਕੀਤੀ ਜਾਂਦੀ ਸੀ, ਨਾ ਜਿਹੜੇ ਅਖੌਤੀ ਤੌਰ ਤੇ ਛੂਤ ਕਹੇ ਜਾਂਦੇ ਆ। ਇਹਨਾਂ ਸਾਰਿਆਂ ਦੇ ਖਿਲਾਫ ਇਹ ਸਿੰਘ ਸਭਾ ਮੂਵਮੈਂਟ ਜਿਹੜੀ ਇਹਨਾਂ ਨੇ ਚਲਾਈ ਸੀਗੀ। ਇਹ ਸਾਰੇ ਲੋਕ ਸੀ ਜਿਹੜੇ ਦਿਨ ਵੇਲੇ ਡਿਊਟੀ ਕਰਦੇ ਸੀ ਤੇ ਬਾਅਦ 'ਚ ਡਿਊਟੀ ਤੋਂ ਸੇਵਾ ਕਰਦੇ ਸੀ। ਸਾਰਾ ਜੀਵਨ ਹੀ ਇਹਨਾਂ ਨੇ ਆਪਣਾ ਜਿਹੜਾ ਹੈ ਨਾ ਉਹ ਲਾਇਆ ਹੋਇਆ ਸੀ ਇਸ ਲੋਕ ਭਲਾਈ ਦੇ ਪਾਸੇ। ਇਹਨਾਂ ਦੇ ਨਾਲ ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਸੀਗੇ, ਉਹਨਾਂ ਦੀ ਡੈਥ ਵੀ ਇੱਥੇ ਜਿਹੜਾ ਹੈ ਨਾ ਉਹ ਇੱਥੇ ਜਦੋਂ ਇੱਥੋਂ ਫੰਡ ਇਕੱਠਾ ਕਰਨ ਆਏ ਹੋਏ ਸੀਗੇ, ਕੰਡਾ ਘਾਟ ਹੋਈ ਸੀਗੀ, ਤੇ ਇਹਨਾਂ ਨੇ ਆਪਣੀ ਸਿਹਤ ਦਾ ਕਦੀ ਖਿਆਲ ਨਹੀਂ ਰੱਖਿਆ। ਇਹਨਾਂ ਦੀ ਵੀ ਗਿਆਨੀ ਦਿੱਤ ਸਿੰਘ ਦੀ TB ਦੇ ਨਾਲ ਜਿਹੜੀ ਆ ਦਿਹਾਂਤ ਹੋ ਗਿਆ। ਇਹ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਸਾਡੇ ਸਮਾਜ ਦੇ ਵਿੱਚ ਇਹਨਾਂ ਦੀ ਬਦੌਲਤੀ ਫਿਰ ਜਿਹੜਾ ਅਕਾਲੀ ਲਹਿਰ ਚੱਲੀ, ਗੁਰਦੁਆਰਾ ਸੁਧਾਰ ਮੂਵਮੈਂਟ ਚੱਲੀ, ਅੱਗੇ ਜਿਹੜਾ ਬਹੁਤ ਵੱਡਾ ਜਿਹੜਾ ਇਨਕਲਾਬ ਸਿੱਖ ਸਮਾਜ ਦੇ ਵਿੱਚ ਆਇਆ, ਉਹਦੇ ਐਕਚੁਅਲੀ ਬਾਨੀ ਆ ਜਿਹੜੇ ਉਹ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ। ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਸਮੇਂ ਦੇ ਵਿੱਚ 72 ਕਿਤਾਬਾਂ ਲਿਖੀਆਂ। ਤੁਸੀਂ ਦੇਖੋ, ਇੱਕ ਦਲਿਤ ਜਿਨ੍ਹਾਂ ਦੇ ਕੋਲ ਅਧਿਕਾਰ ਹੀ ਨਹੀਂ ਲਿਖਣ ਦਾ, ਅਛੂਤ ਸਮਝੇ ਜਾਂਦੇ ਸੀਗਾ, ਉਹਨਾਂ ਵਿੱਚ ਜਨਮ ਲੈ ਕੇ ਏਡਾ ਵੱਡਾ ਸਾਹਿਤਕ ਕਾਰਜ ਕਰਨਾ। ਔਰ ਇਹ ਜਿਹੜਾ ਆ ਦੂਸਰੇ ਪਾਸੇ ਇੱਕ ਅਲੀਟ ਲੋਕ ਜਿਨ੍ਹਾਂ ਦੇ ਕੋਲ ਵੱਡੀਆਂ ਵੱਡੀਆਂ ਪ੍ਰੈਸਾਂ ਸੀ, ਵੱਡੇ ਵੱਡੇ ਪੈਸੇ ਸੀਗੇ। ਇਹਨਾਂ ਦੇ ਵਿੱਚ ਤਾਂ ਇਹ ਹੁੰਦਾ, ਇਹਨਾਂ ਦੀਆਂ ਬਹੁਤੀਆਂ ਰਚਨਾਵਾਂ ਜਿਹੜੀਆਂ ਸਾਨੂੰ ਅੱਜ ਕੱਲ੍ਹ ਮਿਲ ਰਹੀਆਂ ਨੇ, ਉਹ 42 ਦੇ ਕਰੀਬ ਰਚਨਾਵਾਂ ਸਾਨੂੰ ਮਿਲਦੀਆਂ ਨੇ, ਪਰ ਉਹਨਾਂ ਦੀ ਸੂਚੀ ਹੈਗੀ ਵੱਖ-ਵੱਖ ਥਾਵਾਂ ਤੇ ਛਪੀ ਹੈ 72 ਦੀ। ਲੇਕਿਨ ਉਹ 72 ਜਿਹੜੀ ਆ 72 ਦੇ ਵਿੱਚੋਂ ਕਈ ਰਚਨਾਵਾਂ ਜਿਹੜੀਆਂ ਸੀਗੀਆਂ ਬੜੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸੀਗੀਆਂ, ਉਹ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਇਸ ਕਰਕੇ ਖਤਮ ਕਰ ਦਿੱਤੀਆਂ ਗਈਆਂ ਕਿਉਂ ਇਹਨਾਂ ਦੀ ਆਪਣੀ ਪ੍ਰੈਸ ਨਹੀਂ ਸੀ। ਜਿਸ ਪ੍ਰੈਸ ਤੋਂ ਛਪਾਉਂਦੇ ਸੀਗੇ ਉਸ ਪ੍ਰੈਸ ਵਾਲਿਆਂ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਖੁਰਦਬੁਰਦ ਕਰ ਦਿੱਤਾ। ਤੇ ਇਹ ਜਿਹੜਾ ਇੱਕ ਵੱਡਾ ਵਿਦਵਾਨ ਸੀਗਾ। ਤੇ ਇਹ ਸਾਡੇ ਜਿਹੜੇ ਜ਼ਮੀਨੀ ਹਕੀਕਤ ਹੈ, ਅੱਜ ਅਸੀਂ ਜਦੋਂ ਅਸੀਂ ਕਹਿ ਰਹੇ ਹਾਂ ਵੱਡੇ ਅਸੀਂ ਬਹੁਤ ਤਰੱਕੀ ਕਰ ਲਈ ਹੈ, ਅੱਜ ਵੀ ਇਹਨਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਕੋਈ ਵੱਡੀ ਸੰਸਥਾ ਨਹੀਂ ਹੈਗੀ।
ਜਿਹੜਾ ਸਵਾਮੀ ਦਇਆਨੰਦ ਸੀ, ਇਹਨਾਂ ਨੂੰ ਲਾਹੌਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਜਿਹੜਾ ਆ 3 ਵਾਰੀ ਪਬਲਿਕ ਡਿਬੇਟ ਦੇ ਵਿੱਚ ਹਰਾਇਆ ਸੀ ਗਿਆਨੀ ਦਿੱਤ ਸਿੰਘ ਨੇ। ਅੱਛਾ ਜੀ। ਉਹਨਾਂ ਦੇ ਨਾਂ ਤੇ ਦੇਖੋ ਕਿੰਨੇ DAV ਕਾਲਜ ਖੁੱਲੇ ਹੋਇਆ ਦੇਸ਼ ਵਿਦੇਸ਼ ਦੇ ਵਿੱਚ, ਕਿੰਨਾ ਨਾਂ ਆ ਸਵਾਮੀ ਦਇਆਨੰਦ ਦਾ, ਤੇ ਏਡੇ ਵੱਡੇ ਵਿਦਵਾਨ ਦਾ ਦੇ ਨਾਂ ਤੇ ਕੋਈ ਚੱਜ ਦਾ ਸਕੂਲ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ। ਅਸੀਂ ਅਜੇ ਤੱਕ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਢੁਕਵੀਂ ਥਾਂ ਤੇ ਉਹਨਾਂ ਨੂੰ ਕੋਈ ਜਿਹੜਾ ਬਣਦਾ ਮਾਨ ਸਨਮਾਨ ਨਹੀਂ ਦੇ ਸਕੇ। ਇਹ ਸਾਡੇ ਸਮਾਜ ਦੀ ਤਰਾਸਦੀ ਹੈ, ਕਿਉਂਕਿ ਉਹ ਉਸ ਸਮੇਂ ਵੀ ਪਹਿਲਾਂ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀਗਾ, ਤੇ ਅੱਜ ਵੀ ਜਿਹੜਾ ਆ ਉਹਨਾਂ ਦੀ ਵਿਚਾਰਧਾਰਾ ਨੂੰ ਜਿਹੜਾ ਖਤਮ ਕਰਨ ਦੇ, ਕਿਉਂਕਿ ਜਿਹੜਾ ਨਵਾਂ ਸਕੂਲ ਆਫ ਥਾਟ ਹੈ ਸਿੰਘ ਸਭਾ ਦਾ, ਇਹਦੇ ਬਾਨੀ ਸੀਗੇ ਇਹ। ਅੱਜ ਵੀ ਜੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਸਿੱਖੀ ਪੜ੍ਹਾਈ ਜਾਂਦੀ ਆ ਜਾਂ ਗੁਰਬਾਣੀ ਪੜ੍ਹਾਈ ਜਾਂਦੀ ਹੈ, ਉਹਨਾਂ ਦਾ ਜਿਹੜੇ ਅਸੀਂ ਕਹੀਏ ਬਾਨੀ ਸੀ ਜਾਂ ਮੋਢੀ ਸੀ, ਉਹਨਾਂ ਦੇ ਵਿੱਚੋਂ ਗਿਆਨੀ ਦਿੱਤ ਸਿੰਘ ਸੀ, ਜਿਹਨੇ ਵੱਖਰੇ ਤੌਰ ਤੇ ਸਿੱਖ ਇਤਿਹਾਸ ਲਿਖਿਆ, ਸਿੱਖ ਨੂੰ ਸਿੱਖੀ ਦੇ ਪ੍ਰਚਾਰ ਨੂੰ ਵੱਖਰੀ ਇੱਕ ਵਿਆਖਿਆ ਦਿੱਤੀ, ਔਰ ਅਖਬਾਰ ਜਰਨਲਿਜ਼ਮ ਕੀਤਾ, ਜਿੱਥੇ ਪ੍ਰੋਫੈਸਰ ਵੀ ਸੀਗੇ, ਪਹਿਲੇ ਪ੍ਰੋਫੈਸਰ ਵੀ ਸੀਗੇ ਪੰਜਾਬੀ ਦੇ। ਇਹਨਾਂ ਨੇ ਐਜੂਕੇਸ਼ਨ ਦੇ ਵਿੱਚ ਐਡਾ ਸੁਧਾਰ ਕੀਤਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਨਹੀਂ, ਸਾਰੇ ਹੌਲੀ ਹੌਲੀ ਸਾਰੇ ਹਿੰਦੁਸਤਾਨ ਦੇ ਵਿੱਚ ਖਾਲਸਾ ਕਾਲਜਾਂ ਦੀ, ਖਾਲਸਾ ਸਕੂਲਾਂ ਦੀ ਚੇਨ ਚੱਲ ਪਈ। ਇੰਨਾ ਵੱਡਾ ਇਹਨਾਂ ਦਾ ਕੰਟਰੀਬਿਊਸ਼ਨ ਸੀ ਸਮਾਜ ਦੇ ਵਿੱਚ। ਔਰ ਅਸੀਂ ਜਿਹੜਾ ਅੱਜ ਉਹਨਾਂ ਦੀ 120ਵੀਂ ਬਰਸੀ ਹੈ, ਅੱਜ ਦੇ ਦਿਨ ਕਈਆਂ ਥਾਵਾਂ ਤੇ ਸੈਮੀਨਾਰ ਵੀ ਹੋ ਰਹੇ ਆ ਉਹਨਾਂ ਦੀ ਯਾਦ ਵਿੱਚ, ਵੱਡੇ ਸਮਾਗਮ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ। ਉਹਨਾਂ ਦੇ ਨਗਰ ਆਨੰਦਪੁਰ ਕਲੌੜ ਵਿੱਚ ਵੀ ਅੱਜ ਸਮਾਗਮ ਹੋਇਆ, ਕੱਲ੍ਹ ਵੀ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਉਹਨਾਂ ਦੀ ਯਾਦ ਵਿੱਚ ਕੀਤਾ ਗਿਆ। ਸੋ ਇਹ ਜਿਹੜਾ ਆ ਅਸੀਂ ਕਹਿੰਦੇ ਐਡਾ ਵੱਡਾ ਜਿਹੜੇ ਵਿਦਵਾਨ ਨੇ ਇਹ ਕੌਮ ਦੇ, ਇਹਨਾਂ ਨੂੰ ਸਾਂਭਣਾ ਸਾਡਾ ਫਰਜ਼ ਬਣਦਾ ਸਾਰਿਆਂ ਨੂੰ। ਤੇ ਫਿਰ ਤੁਸੀਂ ਕਿੱਦਾਂ ਕਹੋਗੇ ਕਿ ਉਹ ਟਾਈਮ ਮੀਡੀਆ ਲਈ ਜ਼ਿਆਦਾ ਵਧੀਆ ਸੀ ਕਿ ਆਹ ਟਾਈਮ ਜ਼ਿਆਦਾ ਵਧੀਆ? ਨਹੀਂ, ਮੀਡੀਆ ਲਈ ਦੇਖੋ ਜੀ, ਮੀਡੀਆ ਲਈ ਤਾਂ ਹਮੇਸ਼ਾ ਹੀ ਚੈਲੰਜ ਰਹਿੰਦਾ, ਚੁਣੌਤੀ। ਜੇ ਤੁਸੀਂ ਗੱਲ ਕਰਨੀ ਆ ਲੋਕਾਂ ਦੀ, ਦੇਖੋ ਅੱਜ ਕੱਲ੍ਹ ਮੀਡੀਆ ਦੇ ਬਹੁਤੇ ਜਿਹੜੇ ਹਿੱਸੇ ਆ, ਚੰਗੇ ਹੋਏ ਲੋਕ ਵੀ ਹੈਗੇ ਆ, ਪਰ ਮੀਡੀਆ ਇੱਕ ਵਾਚ ਡੌਗ ਮੰਨਿਆ ਜਾਂਦਾ ਸੀਗਾ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਜਿਹਨੇ ਪਹਿਰੇਦਾਰੀ ਕਰਨੀ ਹੁੰਦੀ ਸੀਗੀ। ਲੇਕਿਨ ਜਦੋਂ ਪਹਿਰੇਦਾਰ ਵਾਚ ਡੌਗ ਤੋਂ ਪੈਟ ਡੌਗ ਬਣ ਜਾਣ, ਪਾਲਤੂ ਬਣ ਜਾਣ, ਤੇ ਉਹ ਫਿਰ ਓਨਾ ਹੀ ਨੁਕਸਾਨ ਕਰਦੇ ਆ। ਅੱਜ ਮੀਡੀਆ ਦੇ ਜਿਹੜੇ ਵੱਡੇ ਹਾਊਸ ਨੇ, ਉਹਨਾਂ ਦੇ ਉੱਤੇ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਆ, ਤੇ ਉਹ ਕਾਰਪੋਰੇਟ ਜਿਨ੍ਹਾਂ ਦੀ ਸਟੇਟ ਆ, ਜਿਨ੍ਹਾਂ ਨੂੰ ਖੁਸ਼ ਕਰਨਾ ਹੈਗਾ ਆ, ਉਹਨਾਂ ਦੇ ਵਾਸਤੇ ਚੱਲਦੇ ਆ। ਆਮ ਲੋਕਾਂ ਦੇ ਵਾਸਤੇ, ਜਿੱਥੇ ਆਮ ਲੋਕਾਂ ਦੀ ਗੱਲ ਕਰਨੀ ਹੈਗੀ, ਮੀਡੀਆ ਦਾ ਫਰਜ਼ ਬਣਦਾ ਆਮ ਲੋਕਾਂ ਦੇ ਨਾਲ ਖੜਨਾ, ਲੋਕਾਈ ਦੇ ਨਾਲ ਖੜਨਾ, ਲੋਕਤੰਤਰ ਦੇ ਹੱਕ ਵਿੱਚ ਭੁਗਤਣਾ, ਉੱਥੇ ਜਿਹੜਾ ਮੀਡੀਆ ਆਪਣੇ ਅਸੀਂ ਕਹੀਏ ਅੱਜ ਫਰਜ਼ਾਂ ਤੋਂ ਭੁੱਲ ਚੁੱਕਿਆ ਆ। ਉਸ ਸਮੇਂ ਕਿਉਂਕਿ ਜਿਹੜਾ ਆ ਮੀਡੀਆ ਵਪਾਰਕ ਕਦਰਾਂ ਕੀਮਤਾਂ ਨਾਲ ਨਹੀਂ ਸੀ ਆਇਆ, ਵਪਾਰਕ ਨੀਤੀਆਂ ਨਹੀਂ ਸੀ ਮੀਡੀਆ ਦੀਆਂ। ਮੀਡੀਆ ਦੀ ਜਦੋਂ ਪੰਜਾਬ 'ਚ ਜਨਮ ਹੁੰਦਾ ਆ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਵੀ ਜਨਮ ਹੁੰਦਾ, ਤੇ ਉਹ ਮੂਵਮੈਂਟਾਂ ਨਾਲ ਜਨਮ ਹੁੰਦਾ ਹੈ। ਇੱਕ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਇਹ ਲੋਕ ਆਏ ਸੀਗੇ। ਇਹ ਲੋਕ ਪੈਸਾ ਕਮਾਉਣ ਜਾਂ ਉਸ ਤਰ੍ਹਾਂ ਦੇ ਕਿੱਤੇ ਵਜੋਂ ਨਹੀਂ ਸੀ ਆਏ। ਇਹ ਇਹਨਾਂ ਬੰਦਿਆਂ ਦੇ ਇੱਕ ਪੇਸ਼ਨ, ਇੱਕ ਅੰਦਰ ਇੱਕ ਸੀਗੀ, ਉਹ ਇੱਕ ਅਸੀਂ ਕਹੀਏ ਤਮੰਨਾ ਸੀਗੀ ਆਪਣੇ ਸਮਾਜ ਦੇ ਵਿੱਚ ਕੁਝ ਕਰਨ ਦੀ। ਇਹ ਲੋਕ ਉਹ ਸੀਗੇ ਜਿਨ੍ਹਾਂ ਸਾਰਾ ਜੀਵਨ, ਇਹਨਾਂ ਦੇ ਇੱਕ ਸਟੂਡੈਂਟ ਸੀਗੇ ਪ੍ਰਿੰਸੀਪਲ ਤਖਤ ਸਿੰਘ, ਜਿਨ੍ਹਾਂ ਨੇ ਕੰਨਿਆ ਮਹਾਵਿਦਿਆਲਾ ਫਿਰੋਜ਼ਪੁਰ ਖੋਲਿਆ ਸੀਗਾ, ਤੇ ਉਸ ਕੰਨਿਆ ਮਹਾਵਿਦਿਆਲਾ ਦੀ ਇੰਨੀ ਸੀਗੇ, ਇੰਦਰਾ ਗਾਂਧੀ ਵਰਗੇ ਉੱਥੇ ਜਿਹੜੇ ਆ ਲੋਕ ਆਉਂਦੇ, ਵੱਡੇ ਵੱਡੇ ਰਾਜੇ ਉੱਥੇ ਪੜ੍ਹਨ ਵਾਸਤੇ ਨੇਪਾਲ ਤੋਂ ਬਹੁਤ ਦੂਰੋਂ ਦੂਰੋਂ ਬੱਚਿਆਂ ਨੂੰ, ਆਪਣੀਆਂ ਲੜਕੀਆਂ ਨੂੰ ਭੇਜਦੇ ਸੀਗੇ। ਉਹਨਾਂ ਦਾ ਇੱਕ ਨਾਂ ਸੀਗਾ, ਉਹ ਆਪਣੇ ਸੰਸਥਾ ਚਲਾਉਣ ਵਾਸਤੇ, ਉਹ ਕੰਨਿਆ ਮਹਾਵਿਦਿਆਲਿਆਂ ਨੂੰ ਚਲਾਉਣ ਵਾਸਤੇ ਭੀਖ ਵੀ ਮੰਗਦੇ ਸੀਗੇ। ਪਰ ਐਡੇ ਵੱਡੇ ਉਹਨਾਂ ਸਕਾਲਰ ਸੀਗੇ, ਪਰ ਉਹਨਾਂ ਨੇ ਆਪਣੇ ਵਾਸਤੇ ਸਾਰੀ ਜ਼ਿੰਦਗੀ ਕੁਝ ਨਹੀਂ ਬਣਾਇਆ। ਉਹਨਾਂ ਨੇ ਸਾਰਾ ਕੁਝ ਜਿਹੜਾ ਲਾਸਟ ਉਹਨਾਂ ਦਾ ਸਾਹ ਸੀਗਾ, ਇੱਕ ਸਾਹ ਵੀ, ਉਹ ਲੋਕਾਂ ਵਾਸਤੇ ਸੀਗਾ। ਸੋ ਅੱਜ ਕੱਲ੍ਹ ਮੀਡੀਆ ਦੇ ਵਿੱਚ ਵੀ ਐਵੇਂ ਦੇ ਬੰਦੇ ਨਹੀਂ ਲੱਭਦੇ, ਪਰ ਹੈਗੇ ਆ ਕਿਤੇ ਨਾ ਕਿਤੇ, ਉਹ ਜਿਹੜੇ ਆਪਣੇ ਪਹਿਰੇਦਾਰੀ ਨਿਭਾ ਰਹੇ ਆ, ਆਪਣਾ ਫਰਜ਼ ਨਿਭਾ ਰਹੇ ਆ। ਉਹਨਾਂ ਨੂੰ ਅਸੀਂ ਜਿਹੜਾ ਮੁਬਾਰਕ ਕਹਿੰਦੇ ਆ ਕਿ ਇੰਨੇ ਚੈਲੰਜ ਦੇ ਬਾਵਜੂਦ ਵੀ ਉਹ ਜਿਹੜਾ ਆ ਉਹ ਕੰਮ ਕਰ ਰਹੇ ਹੈਗੇ ਜੀ। ਤੇ ਅਗਲੀ ਖਬਰ ਹੈ ਕਿ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਦਾ ਸਿਆਸੀ ਵਿਸ਼ਲੇਸ਼ਣ। ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਕਿਸਾਨ ਸੰਗਠਨਾਂ ਵੱਲੋਂ ਯੂਪੀ ਦੇ ਮੁਜ਼ੱਫਰਨਗਰ ਵਿੱਚ ਮਹਾਪੰਚਾਇਤ ਬੁਲਾਈ ਗਈ ਸੀ, ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ, ਪਰ ਇਹ ਕਿਹਾ ਜਾ ਰਿਹਾ ਕਿ ਮਤਲਬ ਲੱਗਦਾ ਨਹੀਂ ਕਿ ਇਸ ਦੇ ਆਧਾਰ ਤੇ ਜਿਹੜੇ ਖੇਤੀ ਕਾਨੂੰਨ ਹੈ ਉਹ ਰੱਦ ਕੀਤੇ ਜਾ ਸਕਦੇ ਨੇ। ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੇ ਇਸ ਤਰ੍ਹਾਂ ਖੇਤੀ ਕਾਨੂੰਨ ਰੱਦ ਹੋਣ ਲੱਗ ਪਏ, ਫਿਰ ਤਾਂ ਕਾਨੂੰਨ ਦੀ ਕੋਈ ਹਾਲਤ ਹੀ ਨਹੀਂ ਰਹਿ ਜਾਣੀ ਇੱਥੇ ਇੰਡੀਆ 'ਚ। ਰੋਹਿਤ ਜੀ, ਜਿਹੜੇ ਅਸੀਂ ਮਹਾਪੰਚਾਇਤ ਦੀ ਗੱਲ ਕਰਦੇ ਹਾਂ ਜੀ, ਇਹ ਮਹਾਪੰਚਾਇਤ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਆ। ਜੇ ਅਸੀਂ ਮੀਡੀਆ ਦੀਆਂ ਖਬਰਾਂ ਲੈ ਲਈਏ, ਤੇ ਕੋਈ ਮੀਡੀਆ ਦੀ ਖਬਰਾਂ ਉਹਨਾਂ ਇਕੱਠ ਨੂੰ 10 ਲੱਖ ਕਹਿ ਰਹੀਆਂ, ਕੋਈ 12 ਲੱਖ ਕਹਿ ਰਹੀਆਂ, ਘੱਟ ਵੀ ਮੰਨ ਲਓ ਤੇ ਤੁਸੀਂ ਅੱਧਾ ਵੀ ਜੇ ਮੰਨ ਲਓ, ਤੇ ਕਿਉਂਕਿ ਗਿਣਤੀ ਨਹੀਂ ਹੁੰਦੀ ਏਡੇ ਵੱਡੇ ਇਕੱਠ ਦੀ। ਪਰ ਜਿਹੜੇ ਪ੍ਰਬੰਧਕਾਂ ਨੇ ਬੁਲਾਈ ਸੀ ਮਹਾਪੰਚਾਇਤ, ਉਹਨਾਂ ਦੀਆਂ ਉਹਨਾਂ ਦੀ ਜਿਹੜੀ ਹੈਗੀ ਸੀਗੀ ਸੋਚ, ਉਹਦੇ ਨਾਲੋਂ ਵੀ ਕਈ ਗੁਣਾ ਵੱਧ ਉਹਨਾਂ ਦੀ ਸਮਰੱਥਾ ਨਾਲੋਂ ਲੋਕਾਂ ਨੇ ਸਹਿਯੋਗ ਦਿੱਤਾ, ਇਕੱਠ ਦਿੱਤਾ। ਜਿਹੜਾ ਉੱਥੇ ਦੱਸਦੇ ਆ ਕਿ ਕੋਈ ਜਗ੍ਹਾ ਨਹੀਂ ਬਚੀ, ਕੋਈ ਗਲੀਆਂ, ਕੋਈ ਸੜਕਾਂ ਤੇ ਜਗ੍ਹਾ ਨਹੀਂ ਸੀ ਜਿੱਥੇ ਜਿਹੜਾ ਵੱਡਾ ਇਕੱਠ ਉੱਥੇ ਲੋਕਾਂ ਦਾ ਹੜ ਆ ਗਿਆ ਸੀਗਾ।
ਕਾਫੀ ਸਮੇਂ ਤੋਂ ਪੰਜਾਬ ਵਿੱਚ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਵਿਰੋਧੀ ਧਿਰਾਂ ਵੱਲੋਂ, ਜਿਹੜੀਆਂ ਕਿਸਾਨ ਦੇ ਵਿਰੁੱਧ ਕਾਰਜਸ਼ੀਲ ਨੇ, ਕਿ ਹੁਣ ਜਿਹੜਾ ਲੋਕ ਉਹ ਜਿਹੜੀ ਹੈ ਮੂਵਮੈਂਟ ਫੇਲ ਹੋ ਰਹੀ ਹੈ, ਕਿਉਂਕਿ ਉਹ ਸਾਰੀਆਂ ਉੱਥੇ ਜਿਹੜੇ ਬਣੇ ਹੋਏ ਟੈਂਟ ਹਾਊਸ ਨੇ ਸਾਰੇ ਉਹ ਖਾਲੀ ਹੋ ਗਏ ਹੈ, ਉੱਥੇ ਕਿਸਾਨ ਰਹੇ ਨਹੀਂ, ਉਹ ਕਿਸਾਨਾਂ ਦੀ ਮੂਵਮੈਂਟ ਘਟ ਰਹੀ ਹੈ, ਇਵੇਂ ਦਾ ਬਹੁਤ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਸੀਗਾ। ਸੋ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੀ ਮਹਾਪੰਚਾਇਤ ਹੋਈ ਆ ਉਹਨੇ ਉਹ ਸਾਰੇ ਜਿਹੜੇ ਪਿਛਲੀਆਂ ਗੱਲਾਂ ਸੀਗੀਆਂ ਉਹਨੂੰ ਤੋੜ ਦਿੱਤਾ। ਉਹ ਇਕੱਠ ਨੇ ਦੱਸਿਆ ਹੈਗਾ ਆ ਕਿ ਇੱਕ ਪਿਛਲੇ ਸਮੇਂ 'ਚ ਪ੍ਰਚਾਰ ਕੀਤਾ ਜਾ ਰਿਹਾ ਸਿਰਫ ਪੰਜਾਬ ਤੇ ਹਰਿਆਣੇ ਦਾ ਇਕੱਠ ਆ। ਕੱਲ ਉੱਥੋਂ ਜਿਹੜੇ ਜਿੰਨਾ ਇਕੱਠ ਹੋਇਆ ਆ, ਜਿਹੜੇ ਦੇਸ਼ ਦੇ ਵੱਖ-ਵੱਖ ਲੋਕ ਇਲਾਕਿਆਂ ਤੋਂ ਲੋਕ ਆਏ ਆ, ਉਹਨੇ ਇਹ ਦੱਸ ਦਿੱਤਾ ਆ ਕਿ ਸਮੁੱਚੇ ਭਾਰਤ ਦਾ ਜਿਹੜੇ ਕਿਸਾਨ ਨੇ ਉਹਨਾਂ ਦਾ ਇਕੱਠ ਆ। ਇਹ ਸਮਾਜ ਦੇ ਵਿੱਚ ਇੱਕ ਵੱਡਾ ਚੈਲੰਜ ਪੈਦਾ ਕਰੇਗਾ। ਇਹਦੇ ਵਿੱਚ ਜਿਹੜਾ ਆ ਹਰੇਕ ਤਬਕੇ ਦੇ ਲੋਕ ਨੇ, ਹਰੇਕ ਸੂਬੇ ਦੇ ਲੋਕ ਨੇ ਜਿਹੜੇ ਆਏ ਹੈ, ਔਰ ਇਹ ਜਿਹੜਾ ਪ੍ਰਬੰਧਕਾਂ ਨੇ ਸੋਚਿਆ ਸੀਗਾ ਇਹ ਇਕੱਠ ਜਿਸ ਮਕਸਦ ਲਈ ਉਹਨਾਂ ਨੇ ਇਕੱਠ ਕੀਤਾ ਸੀ ਉਹਦੇ ਵਿੱਚ ਸਫਲ ਤਾਂ ਹੋਏ ਨੇ। ਜੀ ਇੱਕ ਕਾਲਰ ਆਨਲਾਈਨ ਹੈ, ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਹੈਲੋ ਬੀਬਾ ਗਰੋਵਰ ਜੀ, ਤੁਹਾਨੂੰ ਤੇ ਡਾਕਟਰ ਸਾਹਿਬ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਡਾਕਟਰ ਸਾਹਿਬ, ਠੀਕ ਠਾਕ ਹੋ? ਹਾਂ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ। ਡਾਕਟਰ ਸਾਹਿਬ, ਮੈਂ ਤੁਹਾਨੂੰ ਅੱਗੇ ਪਿਛਲੇ ਵੀ ਹਫ਼ਤੇ ਵੀ ਇੱਕ ਸਵਾਲ ਪੁੱਛਿਆ ਜੀ, ਅੱਜ ਮੇਰੇ ਦਿਮਾਗ 'ਚ ਸਵਾਲ ਆਉਂਦੇ ਰਹਿੰਦੇ ਆ, ਤੁਹਾਡੇ ਕੋਲੋਂ ਮੈਂ ਸਵਾਲ ਪੁੱਛਣਾ ਕਿਉਂਕਿ ਤੁਸੀਂ ਵਿਦਵਾਨ ਸੱਜਣ ਹੋ। ਤੇ ਮੇਰਾ ਸਵਾਲ ਇਹ ਆ ਕਿ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਆਪਣੀਆਂ ਉਦਾਸੀਆਂ ਧਾਰਨ ਕੀਤੀਆਂ ਨਾ, ਤੇ ਆਪਣੀਆਂ ਉਦਾਸੀਆਂ ਦੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੀ, ਇਹ ਉਪਦੇਸ਼ ਦਿੱਤਾ ਸੀ ਕਿ ਆਪੋ ਆਪਣੇ ਧਰਮ ਵਿੱਚ ਪੱਕੇ ਰਹੋ, ਭਾਵ ਸੱਚ ਨਾਲ ਜੁੜੇ ਰਹੋ। ਕਹਿਣ ਦਾ ਭਾਵ ਇਹ ਹੀ ਸੀਗਾ ਨਾ ਜੀ, ਪੱਕੇ ਰਹੋ। ਕਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਦੇ ਜ਼ਬਰਦਸਤੀ ਨਹੀਂ ਕੀਤੀ, ਤੇ ਜਿਵੇਂ ਅੱਜ ਹੋ ਰਿਹਾ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ। ਤੇ ਫਿਰ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਰਾਜ ਆਇਆ, है ना जी, ते फिर सिख राज आया, ते फिर 12 मिसलां बनिया, ते महाराजा रणजीत सिंह दा राज बनया, खालसा राज बनया, सरकारे खालसा, देखो सारा कुछ सिक्का बनया गुरु नानक पातशाह दे नाम ते सारा कुछ बनया। साथ तुहानू पता बिल्कुल। मेरा जिहड़ा सवाल वो ये है, ते फिर देखो डॉक्टर साहब, फिर तुसीं अपने सिखां दे पहले बादशाह अपने होए ने, ते बाबा बंदा सिंह जी बहादुर, ते सारा कुछ होया देखो अज तक। फिर ज्ञानी गुरमुख सिंह ते ज्ञानी जित सिंह होरां दी देखो किड्डी वड्डी देन वा, बहुत वड्डी देन वा। ते खालसा देखो तुसीं हुणे कह के हटे, मैं तां मेरे दिल च ख्याल आया कि मैं सवाल पुछां। मेरे सवाल मेरे अंदर क्यों पता नहीं क्यों खड़ा हो जाता, क्योंकि अज दे हालात देख के मेरे अंदर कोई ना कोई सवाल खड़ा हो जाता। फिर जदों देखो लाहौर दे विच खालसा पार कड्ढी ज्ञानी गुरमुख सिंह होरां ने, ते अज जेड़े लोग, मेरा आ सवाल वा अपने डॉक्टर साहब मैनूं माफ करना, अज जेड़े लोग खालसा जां खालिस्तानी ना सुन के इन्ने दुखी हुंदे ने जिवें बिच्छू ने डंगिया हुंदा, इहदा की कारण वा? ये कोई हालांकि सुप्रीम कोर्ट ने कहा भी खालिस्तान जिंदाबाद कहना या तुसी खालिस्तानी या खालिस्तान का ना कोई गुनाह नहीं है, तो फिर इहो जिहा रवैया उत्थे भारत दे विच लोग क्यों अपना रहे ने? डॉक्टर साहब इहदा तुहाडा की कारण वा? ਭੋਗਲ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਆ, ਬਹੁਤ ਵਧੀਆ ਤੁਸੀਂ ਕਿਹਾ ਆ ਕਿ ਹਰੇਕ ਬੰਦੇ ਨੂੰ ਅਧਿਕਾਰ ਹੈ। ਸੁਪਰੀਮ ਕੋਰਟ ਨੇ ਵੀ ਜਿਹੜੀ ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਗੱਲ ਕਰਦੇ ਹੋ ਉਹਦੇ ਮੱਦੇ ਨਜ਼ਰ ਵੀ, ਪਰੰਤੂ ਸਾਡੀ ਸਮੱਸਿਆ ਜਿਹੜੀ ਹੈਗੀ ਹੈ, ਪੰਜਾਬ ਦੇ ਲੋਕ ਉਹ 'ਚੋਂ ਕਿਉਂ ਡਰਦੇ ਹੈ? ਪੰਜਾਬ ਦੇ ਵਿੱਚ ਦਹਾਕਿਆਂ ਦੇ ਪ੍ਰਤੀ ਇੱਕ ਮੂਵਮੈਂਟ ਚੱਲੀ ਹੈ ਤੇ ਲੋਕਾਂ ਨੇ ਉਹਦਾ ਸੇਕ ਜਿਹੜਾ ਆ ਉਹ ਲਾਇਆ। ਇੱਥੇ ਜਿਹੜੀ ਆ ਨਾ ਜੀ, ਅਸੀਂ ਕਹੀਏ ਕਿ ਜਿਹੜੇ ਸਾਡੇ ਲੀਡਰ ਸੀ, ਲੀਡਰਸ਼ਿਪ ਸੀਗੇ, ਜਿਨ੍ਹਾਂ ਨੇ ਉਹਨਾਂ ਨੂੰ ਮੈਸੇਜ ਦੇਣਾ ਸੀਗਾ, ਜਿਨ੍ਹਾਂ ਨੇ ਕੰਟਰੋਲ ਕਰਨਾ ਸੀਗਾ, ਜਿਨ੍ਹਾਂ ਨੇ ਮੂਵਮੈਂਟ ਚਲਾਈ ਸੀਗੀ, ਉਹ ਲੋਕ ਹੈ ਜਿਹੜੇ ਉਹ ਸੁਹਿਰਦ ਨਹੀਂ ਸੀਗੇ। ਉਹ ਲੋਕਾਂ ਨੇ ਜਿਹੜਾ ਇੱਕ ਅੱਗੇ ਲੈ ਕੇ ਜਾਣਾ ਹੁੰਦਾ ਆ, ਇੱਕ ਮੂਵਮੈਂਟ ਦੇ ਵਿੱਚ ਲੋਕਾਂ ਨੂੰ ਗਾਈਡ ਕਰਨਾ ਹੁੰਦਾ ਆ, ਰਾਹ ਦਿਖਾਉਣਾ ਹੁੰਦਾ, ਉਹ ਦਿਖਾਉਣ ਵਿੱਚ ਫੇਲ ਰਹੇ ਆ। ਅਸਲ 'ਚ ਖਾਲਿਸਤਾਨ ਦੇ ਨਾਂ ਉੱਤੇ ਵਪਾਰ ਕੀਤਾ ਗਿਆ ਹੈ, ਪੋਲੀਟੀਕਲ ਵਪਾਰ, ਪੈਸਾ ਇਕੱਠਾ ਕੀਤਾ ਆ, ਹੋਰ ਕਈ ਤਰ੍ਹਾਂ ਦੇ ਸਾਧਨ ਇਕੱਠੇ ਕੀਤੇ ਆ। ਅਸਲ ਵਿੱਚ ਜਿਹੜਾ ਇੱਥੋਂ ਦੇ ਲੋਕਾਂ ਨੂੰ ਅਸਲ 'ਚ ਜਿਹੜੀ ਸਮੱਸਿਆ ਹੈਗੀ ਆ, ਇਹ ਸਾਡੀ ਮੂਵਮੈਂਟ ਤੋਂ ਬਾਅਦ, ਇਹ 80ਵਿਆਂ ਦੇ ਬਾਅਦ ਤੋਂ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਤਮ ਹੱਤਿਆ ਕਰਨ ਲੱਗਿਆ ਹੈ ਨਿਰਾਸ਼ਾ ਦੇ ਵਿੱਚ ਆ ਕੇ। ਉਸ ਤੋਂ ਪਹਿਲਾਂ ਪੰਜਾਬ ਵਿੱਚ ਖੇਤੀ ਦੇ ਕਿਸਾਨ ਹੈ ਜਿਹੜੇ, ਸਾਡੇ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ। ਮੇਰੀਆਂ ਭੂਆ ਛੋਟੀਆਂ ਸੀ, ਮੇਰੇ ਫਾਦਰ ਛੋਟੇ ਜਦੋਂ ਆਏ ਸੀਗੇ,
ਉਹ ਇੰਨੇ ਹਾਲਤ ਆਪਣੀਆਂ ਬਹੁਤ ਵੱਡੀਆਂ ਜ਼ਮੀਨਾਂ ਛੱਡ ਕੇ ਆਏ ਸੀ, ਪਰ ਇੱਥੇ ਲੋਕਾਂ ਨੇ ਹੌਸਲਾ ਨਹੀਂ ਛੱਡਿਆ। ਇੱਥੇ ਆ ਕੇ ਉਹਨਾਂ ਨੇ ਮਜ਼ਦੂਰੀ ਕੀਤੀ, ਸਾਰਾ ਫੇਸ ਕੀਤਾ। ਕੋਈ ਵੀ ਸਿੱਖ ਜਿਹੜਾ ਆ ਜਦੋਂ ਉਹਦੇ ਸਾਹਮਣੇ ਪ੍ਰੋਬਲਮ ਆਉਂਦੀ ਉਹਨੂੰ ਫੇਸ ਕਰਦਾ ਸੀ, ਸੰਘਰਸ਼ ਕਰਦਾ ਸੀ ਉਹਦੇ ਖਿਲਾਫ। ਕੋਈ ਆਤਮ ਹੱਤਿਆ ਨਹੀਂ ਸੀ ਕਰਦਾ। ਇਹ ਆਤਮ ਹੱਤਿਆ ਦਾ ਜਿਹੜਾ ਸਾਡਾ ਆ ਉਹ ਇਸ ਦਾ ਜਿਹੜਾ ਰੁਝਾਨ ਹੈ ਵੈਸੇ ਇੰਟਰਨੈਸ਼ਨਲ ਹੈ, ਵੈਸੇ ਤਾਂ ਇੰਟਰਨੈਸ਼ਨਲ ਹੈ ਇਹ ਸਾਰਾ ਜਿਹੜਾ ਰੁਝਾਨ ਵਰਤਾਰਾ ਆ। ਪਰ ਪੰਜਾਬ ਵਿੱਚ ਕਿਉਂਕਿ ਸਿੱਖ ਗੁਰੂ ਨਾਨਕ ਦਾ ਸਿੱਖ ਸੋਚ ਨਹੀਂ ਸਕਦਾ ਆਤਮ ਹੱਤਿਆ। ਸਾਡੇ ਵਿੱਚ ਆਤਮ ਹੱਤਿਆ ਕਰਨ ਵਾਲੇ ਨੂੰ ਮਾਂ ਹੱਤਿਆਰਾ ਕਿਹਾ ਜਾਂਦਾ ਆ। ਪਰ ਪੰਜਾਬ ਦੇ ਲੋਕ ਜਿਸ ਪੱਧਰ ਤੇ ਆਤਮ ਹੱਤਿਆ ਕਰਨ ਲੱਗ ਗਏ, ਪੰਜਾਬ ਦੇ ਗੁਰੂਆਂ ਦੇ ਸਭੇ ਵੀ ਸਿੱਖ ਗੁਰੂ ਸਾਹਿਬ ਨੇ ਆਪ ਫਰਮਾਨ ਕੀਤਾ ਸੀਗਾ, ਸਿੱਖਾਂ ਨੂੰ ਉਦੇਸ਼ ਕੀਤੇ ਸੀ ਭਾਈ ਤੁਸੀਂ ਵਿਦੇਸ਼ਾਂ ਜਾ ਕੇ ਘੋੜਿਆਂ ਦਾ ਵਪਾਰ ਕਰੋ। ਕੋਈ ਏਦਾਂ ਨਹੀਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਧਰਤੀ ਦੇ ਇੱਕ ਪੂਜਕ ਨਹੀਂ ਬਣਾਇਆ। परंतु अज जिस तरीके नाल साडा नौजवान पंजाब तो बेमुख होके इथों निराश होके बाहर जा रहा आ, ये सारे दे कासे दे वो मूवमेंट दे जिहड़े लीडर सीगे जिन्हां ने राह दसेरा बनना सीगा वो जिम्मेवार है, क्योंकि वो नहीं दिखा सके और ना ही सानू कोई पोलीटिकल प्रोग्राम दे सके। मतलब ये होया कि पंजाब दे ਜਿਹੜੀ ਲੀਡਰਸ਼ਿਪ ਸੀਗੀ ਜਿਨ੍ਹਾਂ ਨੇ ਇਹ ਕੰਮ ਕਰਨਾ ਸੀ ਜਾਨੀ ਉਹ ਫੇਲ ਹੋ ਗਿਆ, ਉਹਨੇ ਆਪਣੀ ਭੂਮਿਕਾ ਨਹੀਂ ਨਿਭਾਈ। ਹਾਂ, ਇਸੇ ਕਰਕੇ ਜਿਹੜਾ ਉਹਨਾਂ ਨੇ ਨੈਰੇਟਿਵ ਸਿਰਜਿਆ ਖਾਲਿਸਤਾਨ ਦਾ, ਲੋਕ ਉਹਨਾਂ ਤੋਂ ਡਰਦੇ ਆ। ਉਹਨਾਂ ਦੇ ਪੋਲੀਟੀਕਲ ਪ੍ਰੋਗਰਾਮ, ਕਿਉਂਕਿ ਇੱਥੇ ਜਿਹੜੇ ਵੀ ਬੰਦੇ ਕਲੇਮ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਜ਼ਮੀਨੀ ਹਕੀਕਤਾਂ ਤੇ ਕਾਰਵਾਈਆਂ ਨੇ ਉਹ ਉਹਦੇ ਨਾਲ ਮੇਲ ਨਹੀਂ ਖਾਂਦੀਆਂ। ਉਹ ਆਪਣੇ ਦੇਖੋ ਜਿੰਨੇ ਵੀ ਲੀਡਰ ਹੈ ਉਹਨਾਂ ਨੇ ਆਪਣੇ ਬੱਚੇ ਸੇਵ ਕੀਤੇ ਹੋਏ ਆ। ਜਿਹੜਾ ਬੱਚਾ ਆਪ ਆਪਣੇ ਬੱਚੇ ਜਿਹੜਾ ਬਾਹਰ ਭੇਜ ਕੇ ਇੱਥੇ ਸੰਘਰਸ਼ ਲੜੂਗਾ ਉਹ ਨਹੀਂ, ਇੱਥੇ ਤਾਂ ਉਹੀ ਹੈ ਜਿਹੜਾ ਇਸ ਰਨ ਦੇ ਵਿੱਚ ਜੂਝੂਗਾ। ਉਹ ਕੋਈ ਪੰਥ ਦੀ ਜਿਹੜਾ ਲੋਕਾਂ ਦੀ ਅਗਵਾਈ ਕਰ ਸਕਦਾ ਆ ਜਿਸ ਤਰੀਕੇ ਨਾਲ ਸਾਡੇ ਲੀਡਰ ਕਰ ਰਹੇ ਹੈ ਇੱਥੇ। ਪਹਿਲਾਂ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ ਤੇ ਭਾਵੇਂ ਹੋਰ ਆਪਣੇ ਆਪ ਨੂੰ ਜਿਹੜੇ ਆ ਹੋਰ ਅਗਾਂਹ ਵਧੂ ਜਾਂ ਕ੍ਰਾਂਤੀਕਾਰੀ ਲੀਡਰ ਦੱਸਦੇ ਆ, ਉਹ ਸਾਰੇ ਲੀਡਰਾਂ ਦਾ ਜਿਹੜਾ ਸਾਰਾ ਕੁਝ ਸਾਡੇ ਸਾਹਮਣੇ ਆ ਚੁੱਕਿਆ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਰਿਪੋਰਟਾਂ ਆਈਆਂ, ਬਹੁਤ ਕਿਤਾਬਾਂ ਆਈਆਂ ਜਿਨ੍ਹਾਂ ਦੇ ਰੌਲੇ ਪੈ ਰਹੇ ਆ। ਸੋ ਇਸ ਕਰਕੇ ਅਸੀਂ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਸਾਡੀ ਸਮੂਹਿਕ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ। ਇਹ ਇਕੱਲੇ ਇੱਕ ਬੰਦੇ ਦੀ ਨਹੀਂ ਹੈ, ਸਾਂਝੀ ਜ਼ਿੰਮੇਵਾਰੀ ਸਾਡੇ ਸਿੱਖ ਲੀਡਰਸ਼ਿਪ ਨੂੰ ਕਬੂਲ ਕਰਨੀ ਚਾਹੀਦੀ ਹੈ ਕਿ ਸਾਡੇ ਹੁੰਦਿਆਂ ਪੰਜਾਬ ਲੁੱਟਿਆ ਗਿਆ ਆ, ਸਾਡੇ ਪਹਿਰੇਦਾਰੀ 'ਚ ਪੰਜਾਬ ਲੁੱਟਿਆ ਗਿਆ। ਇਸ ਕਰਕੇ ਅਸੀਂ ਪਹਿਲਾਂ ਤਾਂ ਪਛਤਾਪ ਕਰਦੇ ਹਾਂ, ਉਸ ਜਿਹੜਾ ਆ ਉਹਨੂੰ ਸਾਰੇ ਆਪਣੇ ਝੋਲੀ 'ਚ ਪਾਉਣਾ ਚਾਹੀਦਾ ਜੋ ਸਾਡੀ ਫੇਲੀਅਰ ਹੋਈ ਹੈ ਸਮੂਹਿਕ ਤੌਰ ਤੇ, ਫਿਰ ਅੱਗੇ ਕੋਈ ਪ੍ਰੋਗਰਾਮ ਦੇਣਾ ਚਾਹੀਦਾ। ਜੇ ਅਸੀਂ ਉਹ ਕਵਾਂਗੇ ਉਦੋਂ ਵੀ ਅਸੀਂ ਠੀਕ ਆ ਤਾਂ ਅੱਜ ਵੀ ਠੀਕ ਆ, ਇਹ ਦੋਨੇ ਗੱਲਾਂ ਨਹੀਂ ਸੁਸਾਇਟੀ ਵਿੱਚ ਚੱਲਦੀਆਂ ਹੁੰਦੀਆਂ। ਇਹ ਜਿਹੜਾ ਆ ਇਸ ਕਰਕੇ ਜਿਹੜੀ ਨਿਰਾਸ਼ਾ ਸਮਾਜ ਦੇ ਵਿੱਚ ਆ ਰਹੀ ਹੈ ਜੀ। अच्छा, इसका डॉक्टर साहब क्योंकि ये सवाल ਤਾਂ ਸੀਗਾ ਕਿ ਜਦੋਂ ਦੇਖੋ ਹੁਣ ਮੈਂ ਆਪਣੇ ਭਾਰਤ ਦੇ ਵਿੱਚ ਕੀ ਹਾਲ ਹੋ ਕਿਸਾਨਾਂ ਦਾ, ਮੈਂ ਡਿਟੇਲ 'ਚ ਨਹੀਂ ਜਾਣਾ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਇਹ ਕਹਿਣਾ ਉੱਥੇ ਵੀ ਜਿਹੜੇ ਦੂਸਰੇ ਲੀਡਰ ਨੇ ਨਾ, ਇਹ ਤੇ ਆਪਣੇ ਸਿੱਖ ਲੀਡਰਸ਼ਿਪ ਦੀ ਕਮਜ਼ੋਰੀ ਕਹਿ ਲਈਏ ਨਾ, ਅਸੀਂ ਮੰਨਦੇ ਵੀ ਹਾਂ। ਬਾਕੀ ਜਿਹੜੇ ਦੂਸਰੇ ਵੀ ਲੀਡਰ ਹੈਗੇ ਨੇ ਗੈਰ ਸਿੱਖ ਨੇ ਜਿਹੜੇ, ਉਹ ਵੀ ਖਾਲਿਸਤਾਨੀ ਨੇ, ਉਹਨਾਂ ਨੂੰ ਪਤਾ ਨਹੀਂ ਜਾਣੀ ਜਿੱਦਾਂ ਬਿੱਠੂ ਨਹੀਂ ਡੰਗਣਾ ਹੁੰਦਾ ਪਏ, ਇਹ ਪਤਾ ਨਹੀਂ ਕਿਉਂ ਇਹਨਾਂ ਦਿਮਾਗ ਦਾ ਕੀ ਬਣ ਗਿਆ ਇਦਾਂ ਵੀ ਖਾਲਿਸਤਾਨ ਜਾਂ ਖਾਲਿਸਤਾਨੀ ਪਤਾ ਨਹੀਂ। ਦੇਖੋ ਮੈਂ ਆਪਣੇ ਡਾਕਟਰ ਸਾਹਿਬ ਉਹਨਾਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਕਿਉਂ ਇਦਾਂ ਕਰਦੇ ਨੇ ਇਹਦਾ नहीं, वो तो सोसाइटी ਦੇ ਵਿੱਚ ਲੀਡਰਾਂ ਨੇ ਇੱਕ ਨੈਰੇਟਿਵ ਸਿਰਜਣੇ ਹੁੰਦੇ, ਜਦੋਂ ਫੇਲ ਹੁੰਦੇ ਆ ਜੀ ਟੋਟਲ ਸਾਰਾ ਕੁਝ ਫੇਲ ਹੁੰਦਾ। ਫੇਲੀਅਰ ਦੇ ਵਿੱਚ ਸਾਰੀਆਂ ਗੱਲਾਂ ਨਿਕਲਦੀਆਂ, ਉਹਦਾ ਜਿਹੜਾ ਪ੍ਰਭਾਵ ਹੈ ਸੋਸਾਇਟੀ ਦੇ ਉੱਤੇ ਪੈਂਦਾ। ਦੂਸਰੇ ਲੀਡਰਾਂ ਤੋਂ ਸਾਡੇ ਤੋਂ ਹੀ ਪੈਣਾ ਸੀਗਾ ਜਦੋਂ ਸਾਡੇ ਲੀਡਰਾਂ ਨੇ ਆਪਣੀ ਪੀੜ੍ਹੀ ਨੂੰ ਸੇਧ ਨਹੀਂ ਦੇਗਾ, ਆਪਣੇ ਲੋਕਾਂ ਨੂੰ ਸੇਧ ਨਹੀਂ ਜੋ ਦੇ ਸਕੇ। ਤੇ ਉਹ ਪੰਜਾਬੀ ਭਾਵੇਂ ਉਹ ਕੋਈ ਵੀ ਹੋਵੇ ਕਿ ਕੋਈ ਵੀ ਵਿਚਾਰਧਾਰਾ ਰੱਖਦਾ ਹੋਵੇ, ਜਦ ਫੇਲੀਅਰ ਸਾਰਿਆਂ ਦੇ ਉੱਤੇ ਅਸਰ ਕਰਦੀ ਹੈ। ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ। ਭੋਗਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਬਹੁਤ ਬੀਬਾ ਗਰੋਵਰ ਜੀ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਖੁਸ਼ਹਾਲ ਸਿੰਘ ਜੀ ਇੱਥੇ ਇੱਕ ਅੰਤਰਾਲ ਲੈਣ ਦਾ ਵੀ ਵੇਲਾ ਹੋ ਗਿਆ।